ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਦਿਨ ਦਿਹਾੜੇ ਇੱਕ ਅਣਪਛਾਤੇ ਚੋਰ ਵੱਲੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨੇ। ਚੋਰੀ ਦੌਰਾਨ ਜੋ ਮਾਹੌਲ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਪੀੜਤ ਪਰਿਵਾਰ ਨੇ ਲਿਆ ਮੀਡੀਆ ਦਾ ਸਹਾਰਾ। ਜੀਵੀਐਸ ਟਾਈਮ ਚੈਨਲ ਲਈ ਨਿਹਾਲ ਸਿੰਘ ਵਾਲਾ ਗਰਾਊਂਡ ਜ਼ੀਰੋ ਤੋਂ ਜਗਵੀਰ ਆਜ਼ਾਦੀ 에ਅਰਪੋਰਟ। ਸਤਿ ਸ਼੍ਰੀ ਅਕਾਲ ਜੀ, ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰ ਆਜ਼ਾਦ। ਇਸ ਵਕਤ ਮੈਂ ਵਾਰਡ ਨੰਬਰ 10 ਮਸੀਤ ਵਾਲੀ ਗਲੀ ਦੇ ਵਿੱਚ ਮੌਜੂਦ ਹਾਂ ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕੀਤੀ ਜਾਂਦੀ ਹੈ ਲਗਭਗ 10-12 ਲੱਖ ਦੇ ਕਰੀਬ। ਤੇ ਉਸ ਪਰਿਵਾਰ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਆਏ ਹਾਂ। ਪਰਿਵਾਰ ਦਾ ਕਹਿਣਾ ਹੈ ਕਿ ਮੀਡੀਆ ਦੇ ਵਿੱਚ ਇਸ ਕਰਕੇ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕਰਨਾ। ਔਰ ਜਾਣਕਾਰੀ ਲਈ ਦੱਸਦੀ ਹੈ ਕਿ ਕੱਲ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸ਼ੱਕ ਦੇ ਆਧਾਰ ਤੇ ਨੌਜਵਾਨ ਦੀ ਜਿਹੜੀ ਘਰ ਦੀ ਤਲਾਸ਼ੀ ਲਈ ਗਈ ਸੀ ਤੇ ਉਹਨਾਂ ਨੂੰ ਜਿਹੜਾ ਥਾਣੇ ਵੀ ਲਿਆਂਦਾ ਗਿਆ ਸੀਗਾ, ਜਿਸ ਦੇ ਚੱਲਦਿਆਂ ਪਰਿਵਾਰ ਵੱਲੋਂ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੋਸ਼ ਵੀ ਲਗਾਏ ਗਏ ਸੀ ਕਿ ਇਹਨੇ ਦੁਰਵਿਵਹਾਰ ਕੀਤਾ ਗਿਆ। ਪਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਨਵੈਸਟੀਗੇਸ਼ਨ ਦੇ ਲਈ ਇਹਨਾਂ ਨੂੰ ਬੁਲਾਇਆ ਗਿਆ। ਤੇ ਅੱਜ ਜਿਸ ਪਰਿਵਾਰ ਦੇ ਵਿੱਚ ਜਿਹੜੇ ਇਹ ਘਟਨਾ ਵਾਪਰੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਕੀ ਕਹਿਣਾ ਉਹਨਾਂ ਦਾ, ਕਰਦੇ ਹਾਂ ਗੱਲਬਾਤ। ਸੋ ਦਰਸ਼ਕੋ, ਜਿਸ ਪਰਿਵਾਰ ਦੇ ਨਾਲ ਇਹ ਭਾਣਾ ਵਾਪਰਿਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਤੇ ਮੇਰੇ ਨਾਲ ਪ੍ਰਦੀਪ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਹਾਂਜੀ ਪ੍ਰਦੀਪ ਜੀ, ਅੱਜ ਚੌਥਾ ਦਿਨ ਆ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਮੀਡੀਆ ਦੇ ਵਿੱਚ ਕਿਉਂ ਨਹੀਂ ਆਏ? ਅਸਲ 'ਚ ਜੀ ਸਾਨੂੰ ਨਾ ਜਿਹੋ ਜਿਹੀ ਘਟਨਾ ਹੋਈ ਹੈ ਸਾਡੇ ਕੋਲ ਬਿਲਕੁਲ ਹੋਸ਼ ਹਵਾਸ ਹੀ ਨਹੀਂ ਸੀਗਾ ਕਿ ਅਸੀਂ ਕੀ ਕੁਛ ਕਰੀਏ ਕੀ ਨਾ ਕਰੀਏ। ਯਾਨੀ ਸਾਡਾ ਇੰਨਾ ਬੁਰਾ ਹਾਲ ਸੀਗਾ ਕਿ ਸਾਡੇ ਮਾਈਂਡ 'ਚ ਹੀ ਨਹੀਂ ਆਇਆ ਕਿ ਅਸੀਂ ਮੀਡੀਆ ਨੂੰ ਸੱਦੀਏ ਜਾਂ ਕਿਵੇਂ ਕਰੀਏ। ਇਸ ਚੀਜ਼ ਵਾਸਤੇ ਅਸੀਂ ਬਹੁਤ ਹੀ ਅਫਸੋਸ ਵੀ ਮੰਨੀ ਬੈਠੇ ਹਾਂ ਕਿ ਵੀ ਅਸੀਂ ਮੀਡੀਆ ਨੂੰ ਨਹੀਂ ਸੱਦ ਪਾਏ। ਪ੍ਰਿੰਟ ਮੀਡੀਆ ਨੂੰ ਨਹੀਂ ਸੰਪਰਕ ਕਿਸੇ ਨੂੰ ਨਹੀਂ ਕੀਤਾ ਜੀ। ਔਰ ਅੱਜ ਤੁਸੀਂ ਜਿਹੜਾ ਮੀਡੀਆ ਨੂੰ ਬੁਲਾਇਆ, ਅੱਜ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਜ਼ਰੂਰਤ ਪੈ ਗਈ? ਕਿਉਂਕਿ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇੱਕ ਬੰਦਾ ਹੀ ਫੜਿਆ ਸੀ। ਐਂ ਹੈ ਜੀ, ਦੇਖੋ ਜੀ, ਜਿਸ ਹਿਸਾਬ ਨਾਲ ਅਸੀਂ ਫੋਟੋਜ਼ ਕੈਮਰੇ ਕੀਤੇ ਹੈ ਕੈਸ਼, ਉਸ ਹਿਸਾਬ ਸ਼ੱਕ ਅਣਪਛਾਣ ਬੰਦੇ ਹੈ। ਔਰ ਇਹ ਸਿਰੇ ਦੇ ਕਹਿਣ ਦਾ ਮਤਲਬ ਹੈ ਚੋਰ ਹੈ, ਚੋਰੀਆਂ ਕਰਦੇ ਆ ਰਹੇ हैं, ਹੁਣ ਵੀ ਕਰ ਰਹੇ हैं और नशेड़ी हैं। क्योंकि अपने पंजाब पूरे पंजाब च नशा आम विक रहा है। आम ये सब नशे का काम ही है सारा। और नशे वाले बंदियां ने ही ये काम वारदात की मेरे घरे, ਜਿਹੜਾ ਵੀ ਮੇਰਾ ਨੁਕਸਾਨ ਹੋਇਆ ਹੈ ਉਹ ਸਭ ਇਹ ਨਸ਼ੇ ਦੇ ਕਰਕੇ ਹੀ ਹੋਇਆ ਹੈ। ਸ਼ਰਮਾ ਜੀ, ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੀ ਵੀਡੀਓ ਦਾ ਇੱਕ ਤਰਫਾ ਜਿਹੜਾ ਭਾਗ ਹੈਗਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਜ਼ਿਆਦਾਤਰ ਲੋਕਾਂ ਨੂੰ ਨਾ ਤਾਂ ਨੁਕਸਾਨ ਦਾ ਪਤਾ ਕਿੰਨਾ ਹੋਇਆ। ਮੈਂ ਚਾਹੁੰਦਾ ਕਿ ਉਸ ਦਿਨ ਦੀ ਜਿਹੜੀ ਘਟਨਾ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਤਾਂ ਕਿ ਲੋਕਾਂ ਨੂੰ ਜਿਹੜੀ ਸੱਚਾਈ ਪਤਾ ਲੱਗ ਸਕੇ ਅਸਲ ਮਸਲੇ ਦੀ। ਦਰਅਸਲ 28 ਸਤੰਬਰ ਨੂੰ ਜਦੋਂ ਅਸੀਂ ਸਵੇਰੇ 10:02 ਤੇ ਘਰੋਂ ਅਸੀਂ ਬਾਹਰ ਗਏ हैं, ਯਾਨੀ ਮੇਰੇ ਰਿਸ਼ਤੇਦਾਰ ਕਜ਼ਨਸ ਮੇਰੇ ਸਾਡੂ ਸਾਹਿਬ ਉਹਨਾਂ ਦੇ ਘਰੇ ਲੈਂਟਰ ਪੈਣਾ ਸੀਗਾ ਤੇ ਮੈਂ ਤੇ ਮੇਰੀ ਫੈਮਿਲੀ ਅਸੀਂ ਲੌਕ ਲਾ ਕੇ ਤੇ 28 ਸਤੰਬਰ ਨੂੰ ਜਦੋਂ ਅਸੀਂ ਗਏ 10:02 ਤੇ ਔਰ ਸਾਡੇ ਜਾਣ ਦੇ ਬਾਅਦ ਹੀ 10:22-27 ਤੇ ਬੰਦਾ ਇੱਥੇ ਮੌਜੂਦਗੀ ਆ ਚੁੱਕਿਆ। ਕੈਮਰੇ 'ਚ ਸਾਰਾ ਕੈਚ ਕੀਤਾ ਗਿਆ ਹੈ ਔਰ 10:38 ਤੇ ਵਾਰਦਾਤ ਕਰਕੇ ਉਹ ਬਰਾਬਰ ਪ੍ਰੋਪਰ ਗੇਟ ਤੋਂ ਜਿਵੇਂ ਆਇਆ ਸੀ ਉਸੇ ਤਰੀਕੇ ਨਾਲ ਹੀ ਨਿਕਲ ਗਿਆ। ਉਹ ਕੁਦਰਤ ਇਹ ਜੋ ਕਿਸਮਤ ਮੇਰੀ ਮਾੜੀ ਸੀ ਜੀ ਕਿ ਵੀ ਕੋਈ ਆਮਨੇ ਸਾਹਮਣੇ ਬੰਦਾ ਟਕਰਿਆ ਨਹੀਂ ਉਹਨੂੰ, ਨਹੀਂ ਤਾਂ ਬੰਦਾ ਫੜਿਆ ਜਾਣਾ ਸੀਗਾ। ਪਰ ਇਹ ਕਿ ਵੀ ਸਵੇਰ ਦਾ ਟਾਈਮ ਸੀਗਾ ਔਰ ਹਰ ਇੱਕ ਬੰਦਾ ਆਪਦੇ ਕੰਮਾਂ 'ਚ ਚਲਾ ਜਾਂਦਾ ਹੈ ਔਰ ਇਸ ਕਰਕੇ ਕੋਈ ਬੰਦਾ ਉਹਨੂੰ ਇਹੋ ਜਿਹਾ ਟਕਰਿਆ ਹੀ ਨਹੀਂ ਕਿ ਜਿਹੜਾ ਉਹ ਪਕੜਿਆ ਜਾਵੇ। ਤੁਸੀਂ ਕਹਿ ਰਹੇ ਹੋ 9 ਮਿੰਟ ਦੇ ਸਮੇਂ ਦੇ ਵਿੱਚ ਇਹ ਵਾਰਦਾਤ ਆ ਜਿਹੜੀ ਕੀਤੀ ਗਈ ਆ, ਕਿਸ ਤਰੀਕੇ ਦੇ ਨਾਲ ਹੋਈ? ਮੈਂ ਚਾਹੁੰਦਾ ਕਿ ਇੱਕ ਵਾਰੀ ਜ਼ਰੂਰ ਦਰਸ਼ਕਾਂ ਨੂੰ ਦੱਸੋ ਜੀ। ਦੇਖੋ ਜੀ, ਜਦੋਂ ਅਸੀਂ ਬਾਹਰ ਗਏ हैं और उन्हें यानी कि सामने साढ़े खेत हैगे हैं, मिंटू परिवार का सामने खेत मट्टी बनी हुई है, उत्थों शायद वो सानू कैश करी जाता सीगा। और जदों असी चले गए हैं जाते सरी जदों गए हैं तो बस 10:02 ते असी गए और 10:27-28 तो इंटर हो गया और पहले तो सीधा आया आके बाथरूम किया, उन्हें मोटर सामने लगी हुई है, हाथ धोते हैं, फिर गेट के नाल बगल च बह गया वो। और थोड़ी देर बाद मौका देख के जो आ जा रहे थे वो जो देख लिया भी हुण बिल्कुल अपनी पई जिहड़ी हैगी है वो खाली है
ਤੇ ਵੀ ਉਸੇ ਮੌਕਾ ਪ੍ਰਸਤ ਦੇਖ ਕੇ ਉਹਨੇ ਸਾਡੇ ਮੇਨ ਗੇਟ ਦੇ ਉੱਪਰ ਤੁਸੀਂ ਦੇਖਿਆ ਨੀ ਤਿੱਖੀ ਤਿੱਖੀ ਛੁਰੀਆਂ ਵੀ ਲੱਗੀਆਂ ਹੋਈਆਂ, ਉਹਦੇ ਬਾਵਜੂਦ ਵੀ ਉਹ ਉਸ ਤੋਂ ਟੱਪ ਕੇ ਅੰਦਰ ਆ ਗਿਆ। ਔਰ ਆਂਦੇ ਸਰੀ ਕਹਿਣ ਦਾ ਮਤਲਬ ਸਾਡੇ ਜਿਹੜਾ ਮੇਨ ਇੰਟਰ ਗੇਟ ਤੁਹਾਨੂੰ ਦਿਖਾ ਰਿਹਾ ਮੈਂ ਕੈਮਰੇ 'ਚ ਕਿ ਵੀ ਉਹਦੇ 'ਚ ਉਹਨੇ ਖੋਲਣ ਦੀ ਕੋਸ਼ਿਸ਼ ਕੀਤੀ, ਲਾਕ ਤੋੜੇ, ਪਰ ਲਾਕ ਦੇ ਤੋੜਨ ਤੇ ਉਹਦਾ ਕੋਈ ਹੋਇਆ ਨਹੀਂ। ਫਿਰ ਉਹਨੇ ਲੱਤ ਮਾਰ ਕੇ ਦਰਵਾਜ਼ਾ ਤੋੜਿਆ, ਜਿਹਦੀ ਅੱਜ ਤੁਸੀਂ ਪੋਜੀਸ਼ਨ ਦੇਖ ਚੁੱਕੇ ਹੋ ਕਿ ਕਿਹੋ ਜਿਹੀ ਪੋਜੀਸ਼ਨ ਇਹਦੀ। ਉਹਦੇ ਬਾਅਦ ਅੰਟਰ ਹੋ ਕੇ ਉਹ ਮੰਦਿਰ 'ਚ ਗਿਆ। ਮੰਦਿਰ ਦੇ ਅੰਦਰ ਜਾ ਕੇ ਉਹਨੇ ਮੰਦਿਰ 'ਚ ਬਾਬਿਆਂ ਨੂੰ ਵੀ ਨਹੀਂ ਬਖਸ਼ਿਆ, ਉਹਦੀ ਵੀ ਗੁਲਕ ਤੋੜ ਕੇ ਪੇਮੈਂਟ ਲੈ ਲਈ। ਉਹਦੇ ਬਾਅਦ ਉਹ ਅੰਦਰ ਗਿਆ। ਮੇਨ ਉਸ ਤੋਂ ਅੱਗੇ ਇੱਕ ਕਮਰਾ ਮੇਰਾ ਹੋਰ ਹੈ, ਉਹਦੀ ਅਲਮਾਰੀਆਂ ਖੋਲੀਆਂ ਉਹਨੇ, ਸਾਰੀ ਅਲਮਾਰੀਆਂ ਉਥਰ ਪੁਥਰ ਕਰਤੀਆਂ। ਫਿਰ ਜਿਸ ਅਲਮਾਰੀ 'ਚ ਮੇਰੇ ਯਾਨੀ ਕਹਿਣਾ ਮਤਲਬ ਗਹਿਣਾ ਪਿਆ ਸੀ, ਸੋਨਾ ਪਿਆ ਸੀ ਔਰ ਨਗਦ ਕਰੰਸੀ ਪਈ ਸੀ, ਉਹ ਸਾਰੀ ਯਾਨੀ ਉਹਨੇ ਪੂਰਾ ਯਾਨੀ ਸਾਰੀ ਬਾਰੀਆਂ ਸਾਨੀਆਂ ਜਿਹੜੀ ਬਾਰੀ 'ਚ ਪਿਆ ਸੀ ਉਸ ਤੋਂ ਖੁੱਲੀ ਨਹੀਂ। ਫਿਰ ਉਹਨੇ ਕਿਚਨ 'ਚ ਆ ਕੇ ਜਿਹੜਾ ਰੋਟੀ ਪਕਾਉਣ ਵਾਲਾ ਤਵਾ ਹੁੰਦਾ ਹੈ, ਉਹ ਤਵਾ ਚੱਕ ਕੇ ਉਹਨੇ ਕਹਿਣ ਦਾ ਮਤਲਬ ਹੈ ਕਿ ਵੀ ਉਹ ਮਾੜੀ ਜਿਹੀ ਅਲਮਾਰੀ 'ਚ ਜਿਵੇਂ ਸਾਹ ਹੁੰਦਾ ਹੈ, ਉੱਥੋਂ ਤਵਾ ਪਾ ਕੇ ਉਹਨੇ ਸਾਰੀ ਅਲਮਾਰੀ ਤੋੜੀ। ਅਲਮਾਰੀ ਤੋੜ ਕੇ ਉਹਨੂੰ ਲੋਕਰ ਦੀ ਚਾਬੀ ਮਿਲ ਗਈ, ਜਦਕਿ ਉਹ ਅਲਮਾਰੀ ਚਾਬੀ ਅਸੀਂ ਛੁਪਾ ਕੇ ਰੱਖੀ ਸੀ, ਪਰ ਲੇਕਿਨ ਲੋਕਰ ਦੀ ਚਾਬੀ ਵੀ ਛੁਪਾ ਕੇ ਰੱਖੀ ਹੋਈ ਸੀ। ਉਹਨੇ ਚਾਬੀ ਪਾਲ ਲਈ, ਚਾਬੀ ਪਾਲ ਕੇ ਸਾਡਾ ਲੋਕਰ ਖੋਲਿਆ ਜੀ। ਔਰ ਉਹਦੇ ਬਾਅਦ ਉਹਦੇ ਅੰਦਰ ਜਿਹੜੀ ਕਰੰਸੀ ਮੇਰੀ ਨਗਦ ਪਈ ਸੀ ਔਰ ਮੇਰੇ ਪਰਿਵਾਰ ਦਾ ਜਿੰਨਾ ਵੀ ਗਹਿਣਾ ਸੀਗਾ, ਚਾਹੇ ਉਹ ਮੇਰੀ ਮਾਤਾ ਜੀ ਨੇ ਉਹਨਾਂ ਨੂੰ ਦਿੱਤਾ ਸੀਗਾ ਔਰ ਜੋ ਵੀ ਅਸੀਂ ਬਾਜ਼ਾਰ 'ਚ ਖਰੀਦਿਆ ਹੋਇਆ ਸੀਗਾ ਸਾਰਾ, ਯਾਨੀ ਕਹਿਣ ਦਾ ਮਤਲਬ ਜੁਐਲਰਸ ਜੋ ਸੀਗੇ ਉਹ ਸਾਰੇ ਉਹ ਲੈ ਗਿਆ। ਉਹਨੂੰ ਇੰਨਾ ਤੱਕ ਪਛਾਣ ਸੀਗੀ ਕਿ ਵੀ ਇਹ ਆਰਟੀਫਿਸ਼ਲ ਹੈ ਔਰ ਇਹ ਸਹੀ ਹੈ। ਉਹਨੇ ਮੇਰੀ ਵਾਚ ਘੜੀਆਂ ਵੀ ਸੀਗੀਆਂ, ਜਿਹੜੀ ਉਹ ਵੀ ਟਟੋਲ ਕੇ ਦੇਖੀ ਉਹਨੇ ਕਿ ਵੀ ਇਹ ਜੇ 골ਡ ਦੀ ਹੈ ਕਿ ਵੀ ਡੁਪਲੀਕੇਟ ਹੈਗੀ ਹੈ, ਯਾਨੀ ਹਰ ਇੱਕ ਚੀਜ਼ ਦੇਖੀ ਉਹਨੇ, ਯਾਨੀ ਕੋਈ ਚੀਜ਼ ਨਹੀਂ ਛੱਡੀ। ਯਾਨੀ ਕਿ ਬੇਫਿਕਰ ਹੋ ਕੇ ਉਹਨੇ ਮੇਰੀ ਘਰੇ ਅੰਦਰ ਪੈਲਾਂ ਵਗੈਰਾ ਬੱਚਿਆਂ ਦੇ ਚਾਂਦੀਆਂ ਦੀਆਂ ਔਰ ਬੱਚਿਆਂ ਦੇ ਮੇਰੇ ਪਰਿਵਾਰ ਦੇ ਸੈੱਟ, ਮੰਗਲ ਸੂਤਰ, ਕਿਟੀ ਸੈੱਟਾਂ ਸੀਗੀਆਂ 2-2 3-3 ਔਰ ਮੰਗਲ ਸੂਤਰ ਸੀਗੇ, ਮਟਰ ਮਾਲਾ ਸੀਗੀ ਔਰ ਮੇਰੇ ਪਰਿਵਾਰ ਦੀਆਂ 4 ਛਾਪਾਂ ਸੀਗੀਆਂ, ਮੇਰੀ ਬੇਟੀ ਦੀ ਛਾਪਾਂ ਸੀਗੀਆਂ, ਇਹ ਵੀ ਨਹੀਂ ਬੇਟੀ ਦੇ ਏਅਰ ਰਿੰਗ ਸੀਗੇ, ਸੈੱਟ ਸੀਗੇ 2 ਔਰ ਬਾਲੀਆਂ ਸੀਗੀਆਂ 2 ਸੈੱਟ। ਯਾਨੀ ਇਹ ਸਾਰੇ ਯਾਨੀ ਗਹਿਣੇ ਜਿੰਨੇ ਸੀਗੇ ਮੈਂ ਬੱਚੇ ਦੇ ਹੌਲੀ ਹੌਲੀ ਕਰਕੇ ਭਵਿੱਖ ਵਾਸਤੇ ਬਣਾ ਕੇ ਰੱਖੇ ਹੋਏ ਸੀਗੇ ਕਿ ਵੀ ਬੱਚਾ ਮੇਰਾ ਜਿਹੜਾ ਹੈਗਾ ਭਵਿੱਖ 'ਚ ਇਹ ਚੀਜ਼ਾਂ ਕੰਮ ਆਉਂਦੀਆਂ ਹੈ। ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੇਰੇ ਨਾਲ ਇਹੋ ਜਿਹੀ ਦੁਰਘਟਨਾ ਬਤੀਤ ਹੋ ਜੂਗੀ। ਕੁੱਲ ਕਿੰਨੇ ਦਾ ਨੁਕਸਾਨ ਹੋਇਆ? ਮੇਰਾ ਲਮਸਮ 10 ਤੋਂ 12 ਲੱਖ ਦੇ ਕਰੀਬ ਨੁਕਸਾਨ ਹੋਇਆ ਜੀ। ਕਹਿੰਦੇ ਹੁੰਦੇ ਕਿ ਜੀ ਘਰ ਦਾ ਭੇਤੀ ਲੰਕਟ ਹੈ, ਤੁਹਾਨੂੰ ਕਿਸੇ ਤੇ ਸ਼ੱਕ ਹੈ? ਨਹੀਂ ਜੀ, ਇਹੋ ਜੀ ਕੋਈ ਗੱਲ। ਦੇਖੋ ਜੀ, ਪਹਿਲੀ ਗੱਲ ਤਾਂ ਆਪਾਂ ਪੜ੍ਹੇ ਲਿਖੇ ਬੰਦੇ ਹਾਂ ਔਰ ਆਪਾਂ ਕਿਸੇ ਨਾਲ ਛੇਤੀ ਸ਼ੇਅਰ ਨਹੀਂ ਕਰਦੇ ਕਿ ਵੀ ਕਹਿਣ ਦਾ ਮਤਲਬ ਹੈ ਕਿ ਵੀ ਆਪਾਂ ਇਹਦੇ ਨਾਲ ਸ਼ੇਅਰ ਕਰ ਦਈਏ, ਉਹਦੇ ਸ਼ੇਅਰ ਕਰ ਦਈਏ ਵੀ ਆਪਣੀ ਕੋਈ ਬਾਤ ਲੀਕ ਹੋ ਜੇ। ਅਸੀਂ ਇਹੋ ਜੀ ਕੋਈ ਸਿਸਟਮ ਨਹੀਂ ਹੈ ਕਿ ਵੀ ਆਪਾਂ ਕਹਿ ਦਈਏ ਕਿ ਵੀ ਆਪਾਂ ਪੜ੍ਹੇ ਲਿਖੇ ਬੰਦੇ ਹਾਂ ਤੇ ਵੀ ਕੋਈ ਆਪਾਂ ਗੱਲ ਉਡਾ ਲਈਏ, ਬਾਅਦ 'ਚ ਆਪਾਂ ਪਛਤਾਵਾ ਹੋਵੇ ਆਪਾਂ ਨੂੰ। ਇਹੋ ਜਿਹਾ ਕੁਝ ਵੀ ਨਹੀਂ ਸੀ। ਇਹ ਤਾਂ ਘਰ ਦੇ ਬਾਹਰ ਲੌਕ ਲੱਗਿਆ ਸੀ ਔਰ ਹੋ ਸਕਦਾ ਹੈ ਜੀ ਕਿ ਵੀ ਉਹ ਕਈ ਸਮੇਂ ਤੋਂ ਛਾਣਬੀਨ ਕਰਦਾ, ਕਿਉਂਕਿ ਮੈਂ ਸਰਵਿਸ ਵਾਲਾ ਹੈ। ਮੈਂ ਇੰਦਰਜੀਤ ਜੋਲੀ ਗਰਜੀ ਜੀ ਦੇ, ਖੇਮਚੰਦ ਜੀ ਗਰਜੀ ਦੇ, ਉਹਨਾਂ ਦੇ ਸ਼ੇਲਰ 'ਚ ਮੈਂ ਮੁਨੀਮ ਹੈ। ਗਰਗ ਪਰਿਵਾਰ ਮੇਰੇ ਨਾਲ 25 ਸਾਲ ਤੋਂ ਜੁੜੇ ਹੋਏ ਆ। ਮੈਂ ਉਹਨਾਂ ਕੋਲ 25 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਔਰ ਉਹਨਾਂ ਨੂੰ ਵੀ ਮੇਰੇ ਕੰਮ ਦਾ ਪਤਾ ਹੈ ਸਾਰਾ ਕੁਝ ਜੀ। ਪਰ ਕਹਿਣ ਦਾ ਮੈਂ ਕੰਮ ਤੇ ਜਾ ਵੜਦਾ, ਮੇਰੀ ਵਾਈਫ ਘਰੇਲੂ ਵਾਈਫ ਹੈ, ਉਹਨਾਂ ਸਾਡੀ ਇੱਕ ਸ਼ੌਪ ਪਾਈ ਹੋਈ ਹੈ ਕਿਰਾਣੇ ਦੀ, ਉਹਦੇ 'ਚ ਬਹਿ ਜਾਂਦੇ, ਬਿਊਟੀ ਪਾਰਲਰ ਪਾਇਆ ਹੋਇਆ ਉਹਦੇ 'ਚ ਬਹਿ ਜਾਂਦੇ ਆ ਤੇ ਵੀ ਦਿਨ 'ਚ ਸਾਡਾ ਜਿੰਦਾ ਲੱਗਿਆ ਰਹਿੰਦਾ ਸੀਗਾ। ਕਦੇ ਇਹੋ ਜਿਹੀ ਦਿੱਕਤ ਨਹੀਂ ਸੀ ਵੀ ਕਦੇ ਅੱਜ ਤੱਕ ਵਾਰਦਾਤ ਇਹੋ ਜਿਹੀ ਨਹੀਂ ਹੋਈ ਸੀ। ਇਹ ਤਾਂ ਕਹਿਣ ਦਾ ਮਤਲਬ ਹੈ ਕਿ ਵੀ ਉਹਨੇ ਮੌਕਾ ਦੇਖਿਆ ਕਿ ਵੀ ਇਹ ਹੁਣ ਨਿਕਲ ਗਏ, ਜੇ ਨਿਕਲ ਗਏ ਆ ਤੇ ਘੰਟਾ 2 ਘੰਟਾ ਆ ਨਹੀਂ ਸਕਦੇ, ਤੇ ਇਸ ਕਰਕੇ ਉਹ ਬੰਦਾ ਬੇਫਿਕਰ ਹੋ ਕੇ ਅੰਦਰ ਵੜਿਆ ਜੀ। ਜਦੋਂ ਤੁਸੀਂ ਘਰ ਵਾਪਸ ਆਉਂਦੇ ਹੋ ਤੇ ਉਸ ਸਮੇਂ ਜਿਹੜਾ ਮਾਹੌਲ ਕਿਵੇਂ ਦਾ ਸੀ? ਔਰ ਦੂਜੀ ਗੱਲ ਇਹ ਹੈ ਕਿ ਉਹ ਸੋਸ਼ਲ ਮੀਡੀਆ ਤੇ ਜਦੋਂ CCTV ਦੀ ਵੀਡੀਓ ਵਾਇਰਲ ਹੁੰਦੀ ਆ, ਉਸ ਨੌਜਵਾਨ ਨੂੰ ਜਾਣਦੇ ਹੋ ਤੁਸੀਂ? ਦੇਖੋ ਜੀ, ਐ ਹੈ ਕਿ ਵੀ ਜਦੋਂ ਅਸੀਂ 29 ਤਰੀਕ ਨੂੰ ਜਦੋਂ ਸਵੇਰੇ 6:45 ਵਜੇ ਦੇ ਕਰੀਬ ਲਮਸਮ ਅਸੀਂ ਆਉਂਦੇ ਹਾਂ ਤੇ ਸਾਡਾ ਫਰੰਟ ਗੇਟ ਜਿਵੇਂ ਅਸੀਂ ਲੋਕ ਲਾ ਕੇ ਗਏ ਸੀ ਸੇਮ ਉਵੇਂ ਹੀ ਸੀ। ਉਹਦੇ ਬਾਅਦ ਜਦੋਂ ਮੇਰੇ ਬੱਚਾ ਅੰਦਰ ਐਂਟਰ ਹੁੰਦਾ ਹੈ, ਮੇਰਾ ਪਰਿਵਾਰ ਹੁੰਦਾ ਹੈ, ਮੇਰੀ ਮਾਤਾ ਜੀ ਹੈਗੀਆਂ, ਸਾਸੂ ਮਾਂ ਹੈਗੀਆਂ, ਇਹ ਐਂਟਰ ਹੁੰਦੀ ਹੈ, ਅਸੀਂ ਸਾਰੇ ਗਏ ਹੋਏ ਸੀਗੇ ਉੱਥੇ। ਤੇ ਜਦੋਂ ਐਂਟਰ ਹੁੰਦੇ ਆ ਤੇ ਇਹ ਮੇਰੇ ਬੱਚੇ ਨੇ ਚੀਕਾਂ ਮਾਰੀਆਂ। ਜੋ ਚੀਕਾਂ ਮਾਰੀਆਂ ਤੇ ਮੈਂ ਜੇ ਥੋੜਾ ਬਾਹਰ ਹੀ ਖੜਾ ਸੀਗਾ ਕਿ ਵੀ ਮੋਟਰਸਾਈਕਲ ਖੜਾ ਕਰਦਾ ਸੀਗਾ, ਬੱਚਿਆਂ ਨੂੰ ਉਤਾਰ ਕੇ ਇਹਨਾਂ ਨੇ ਲੌਕ ਖੋਲਿਆ ਤੇ ਮੂਹਰੇ ਗੇਟ ਟੁੱਟਿਆ ਮਿਲਿਆ। ਇਹ ਭੱਜੇ, ਗੇਟ ਖੋਲਿਆ ਤੇ ਅੰਦਰ ਆਏ। ਅੰਦਰ ਆਉਂਦੇ ਅਸੀਂ ਦੇਖਿਆ ਵੀ ਆਹ ਸਭ ਕੁਝ ਹੋਇਆ ਤੇ ਚੀਕਾਂ ਮਾਰ ਕੇ ਸਾਰੇ ਡਿੱਗ ਪਏ। ਯਾਨੀ ਕਿ ਇਹਨਾਂ ਨੂੰ ਵੀ ਮੈਂ ਸੰਭਾਲਦਾ ਰਿਹਾ, ਆਂਢ ਗੁਆਂਢ ਨੂੰ ਵੀ ਮੈਂ ਸਾਰਿਆਂ ਨੂੰ ਸੱਦਿਆ, ਕਿਸੇ ਦੇ ਬਾਹਰ ਖੜਕਾ ਕੇ ਆਵਾਂ ਤੇ ਮੇਰੇ ਬੋਲਿਆ ਤਾਂ ਜਾਂਦਾ ਨਹੀਂ ਸੀਗਾ ਤੇ ਸਾਰੇ ਮੇਰੇ ਕੋਲ ਆ ਗਏ। ਸਾਰਾ ਕੁਝ ਵਾਰਦਾ ਦੇਖਿਆ ਮੈਂ। ਆਪਣੇ ਇੰਦਰਜੀਤ ਪ੍ਰਧਾਨ ਜੀ ਉਹਨਾਂ ਨੂੰ ਫੋਨ ਕੀਤਾ ਔਰ ਥਾਣੇ 'ਚ ਆਪਾਂ ਫੋਨ ਕਰਾਇਆ, ਸਾਰਾ ਕੁਝ ਕੀਤਾ। ਯਾਨੀ ਕਿ ਸਾਰਿਆਂ ਨੂੰ ਉਸ ਸਮੇਂ ਖੜੇ ਪੈਰ ਉਸ ਸਮੇਂ ਬੁਲਾ ਲਿਆ ਸੀਗਾ ਮੈਂ ਜੀ।
हाँ जी। और ਸੀਸੀਟੀਵੀ ਜਿਹੜੀ ਵੀਡੀਓ ਵਾਇਰਲ ਹੋਈ, ਮੈਂ ਉਸ ਨੌਜਵਾਨ ਦੀ ਗੱਲ ਕਰ ਰਿਹਾ, ਉਹਨੂੰ ਜਾਣਦੇ ਹੋ? देखो जी ਇਹ ਹੈ ਕਿ ਵੀ ਜਿਹੜੇ ਮੈਂ ਦੇਖੋ ਜੀ ਅਣਪਛਾਣ ਮੈਂ ਕਹਿਣਾ ਬੰਦੇ, ਪਰ ਉਹਦੇ 'ਚ ਇਹ ਹੈ ਜੀ ਕਿ ਉਹਨਾਂ ਦਾ 2-3 ਚੀਜ਼ਾਂ ਮੈਨੂੰ ਬਹੁਤ ਅਟੈਚ ਲੱਗੀਆਂ। ਇੱਕ ਤਾਂ ਉਹਨਾਂ ਦਾ ਫੇਸ ਜਿਹੜਾ ਸੀਗਾ ਉਹ ਪੂਰਾ ਫੇਸ ਮਿਲਦਾ ਜੀ। ਇੱਕ ਉਹਨਾਂ ਦੇ ਜਿਵੇਂ ਕੰਨ 'ਚ ਪਾਏ ਹੋਏ ਆ ਟੌਪਸ ਪਾਏ ਹੋਏ ਆ, ਉਹ ਵੀ ਕੁਝ ਅਸੀਂ ਫੋਟੋਆਂ ਕਲੀਅਰ ਕਰਾ ਕੇ ਦੇਖੀਆਂ। ਮੇਲ ਚੋਲ ਪੂਰਾ ਖਾਂਦਾ ਹੈ ਜੀ। ਔਰ ਪਲੱਸ ਸਭ ਤੋਂ ਵੱਡੀ ਚੀਜ਼ ਹੈ ਕਿ ਵੀ ਜਿਹੜੇ ਬੰਦੇ ਤੇ ਸਾਨੂੰ ਵਾਲਾ ਸ਼ੱਕ ਹੈ, ਯਾਨੀ ਕਿ ਉਹ ਜਦੋਂ ਅਸੀਂ ਮੰਡੀ 'ਚ ਸਾਰੇ ਕੈਮਰੇ ਚੈੱਕ ਕਰਾ ਰਹੇ ਹਾਂ ਤੇ ਆਪਣੇ ਬੱਸ ਸਟੈਂਡ ਦੇ ਨਾਲ ਹੀ ਦੇਖੋ ਜੀ ਜਗ੍ਹਾ ਤਾਂ ਹਰ ਪਰਮਾਤਮਾ ਦੀ ਹੈ, ਉੱਥੇ ਖੇਤਪਾਲ ਬਾਬੇ ਦੀ ਜਗ੍ਹਾ ਬਣੀ ਹੋਈ ਹੈ। ਉਹ ਬੰਦੇ ਉਸ ਚੀਜ਼ ਨੂੰ ਮੰਨਦੇ ਵੀ ਆ। ਉੱਥੇ ਜਾ ਕੇ ਉਹ ਬੰਦੇ ਨੇ ਕਹਿਣ ਦਾ ਮਤਲਬ ਮੱਥਾ ਵੀ ਟੇਕਿਆ ਹੈ, ਉਹਦੀ ਵੀ ਫੋਟੋਆਂ ਦੇਖੀਆਂ ਅਸੀਂ, ਸਾਰਾ ਕੁਝ ਅਸੀਂ ਬਾਜ਼ਾਰ 'ਚ ਅਸੀਂ ਸੀਸੀ ਕੈਮਰੇ ਵਗੈਰਾ ਚੈੱਕ ਕਰੀ ਜਾਂਦੇ ਹਾਂ। ਉਹ ਜਿੰਨੀ ਕੋਸ਼ਿਸ਼ ਹੋਗੀ ਸਾਡੀ ਅਸੀਂ ਉਹਨਾਂ ਕਰੀ ਜਾ ਰਹੇ ਹਾਂ ਆਪ ਦੀ ਤਰਫੋਂ, ਪਰ ਨਹੀਂ ਕਹਿਣ ਦਾ ਮਤਲਬ ਵੀ ਸਾਨੂੰ 100% ਤਾਂ ਇਹ ਨਹੀਂ ਕਿ ਸ਼ੱਕ ਉਹਨਾਂ ਦੇ ਉੱਤੇ ਹੀ ਲੱਗ ਰਿਹਾ ਹੈ। ਔਰ ਵੀ ਅਣਪਛਾਣ ਬੰਦੇ ਹੈ ਕਿ ਵੀ ਇਹ ਜਿਵੇਂ ਇੱਕ ਹੋ ਗਿਆ ਆਪਣਾ ਪਾਲ ਦਾ ਮੁੰਡਾ ਹੈਗਾ ਮਿੰਟੂ, ਅਸੀਂ ਉਹਨਾਂ ਦਾ ਵੀ ਨਾਂ ਲਿਆ ਹੈ। ਅਣਪਛਾਣ ਬੰਦੇ ਦੇਖੋ ਜੀ, ਅਣਪਛਾਣ ਬੰਦੇ 'ਚ ਕਹਿਣ ਦਾ ਮਤਲਬ ਹੈ ਕਿ ਵੀ ਜਿਹੜਾ ਸਾਨੂੰ ਫੇਸ ਦੇ ਨਾਲ ਚੈੱਕ ਹੋ, ਫੇਸ ਦੇ ਨਾਲ ਮਿਲਦਾ ਜੁਲਦਾ ਹੋਇਆ, ਅਸੀਂ ਉਹਦਾ ਨਾਂ ਤਾਂ ਕਹਿਣਾ ਹੀ ਵੀ ਇਹ ਅਣਪਛਾਣ ਬੰਦਾ, ਇਹਨੂੰ ਟੈਸਟ ਕਰੋ। ਔਰ ਆਪਾਂ SHO ਸਾਹਿਬ ਜੀ ਨੇ ਵੀ ਸਾਨੂੰ ਬਹੁਤ ਸਾਥ ਦਿੱਤਾ, ਆਪਾਂ ਕਹੀਏ ਉਹਨਾਂ ਨੇ ਵੀ ਟੈਸਟ ਕਰੀ ਜਾਂਦੇ ਆ, ਉਹ ਵੀ ਬਹੁਤ ਕੰਮ ਆਪਣੇ ਮਨ ਲਾ ਕੇ ਕਰੀ ਜਾਂਦੇ ਆ। ਅਸੀਂ ਕਹਿੰਦੇ ਉਹਨਾਂ ਦੀ ਬਹੁਤ ਧੰਨਵਾਦ ਹੈ, ਪਰ ਅਸੀਂ ਕਹਿੰਦੇ ਕਿ ਇਹ ਕਾਰਵਾਈ ਲੇਟ ਨਾ ਕੀਤੀ ਜਾਵੇ, ਛੇਤੀ ਤੋਂ ਛੇਤੀ ਇਹਨੂੰ ਨਿਬੇੜੀਏ ਜੀ, ਕਿਉਂਕਿ ਦੇਖੋ ਜੀ ਇਹਦਾ ਰਿਜ਼ਲਟ ਆਉਣਾ ਚਾਹੀਦਾ ਹੈ। ਇੰਨੀ ਵੱਡੀ ਚੋਰੀ ਹੈ, ਅੱਜ ਮੇਰੇ ਹੋਈ ਹੈ, ਕੱਲ ਨੂੰ ਕਿਸੇ ਹੋਰ ਭੈਣ ਭਰਾ ਦੇ ਘਰੇ ਹੋਊਗੀ, ਕਿਸੇ ਹੋਰ ਅਫਸਰਾਂ ਦੇ ਘਰੇ ਹੋਊਗੀ, ਵੀ ਇਹਨਾਂ ਨੂੰ ਤਾਂ ਨੱਥ ਪਾਣੀ ਬਹੁਤ ਜ਼ਰੂਰੀ ਹੈ। ਤੁਸੀਂ ਸ਼ੱਕ ਦੇ ਆਧਾਰ ਦੀ ਗੱਲ ਕਰੀ ਹੈ, ਜਿਹੜਾ ਉਹ ਨੌਜਵਾਨ ਫੜਿਆ ਗਿਆ ਕੱਲ, ਜਿਹੜਾ ਪੁਲਿਸ ਵੱਲੋਂ ਇੱਕ ਵਾਰੀ ਛੱਡ ਦਿੱਤਾ ਗਿਆ, ਤੁਹਾਡਾ ਡਾਊਟ ਜਿਹੜਾ ਕਲੀਅਰ ਹੋ ਗਿਆ ਹੁਣ ਕਿ ਨਹੀਂ? ਨਹੀਂ ਜੀ, ਅਜੇ ਸਾਡਾ ਕੋਈ ਡਾਊਟ ਨਹੀਂ ਕਲੀਅਰ ਹੋਇਆ। ਅਸੀਂ ਅਜੇ ਵੀ ਇਹੀ ਕਹਿੰਦੇ ਹਾਂ ਕਿ ਬਿਲਕੁਲ ਸ਼ੱਕ ਦੇ ਤੌਰ ਤੇ ਅਜੇ ਵੀ ਸ਼ੱਕ ਹੈ ਸਾਨੂੰ ਉਸੇ ਨੌਜਵਾਨ ਤੇ। ਹਾਂ, ਉਹ ਮੈਂ ਦੱਸਦਾ ਜੀ, ਉਹ ਪਰਿਵਾਰ 'ਚ 6-7 ਭਰਾ ਹੈ, ਅਜੇ ਤਾਂ ਸਿਰਫ 4 ਹੀ ਹਾਜ਼ਰ ਹੋਏ ਹੈ ਔਰ 2 ਭਰਾ ਜੀ ਹੈ ਨਹੀਂ। ਅਸੀਂ ਤਾਂ ਇਹ ਕਹਿੰਦੇ ਹਾਂ, ਅਸੀਂ ਆਪਣੇ ਸਰਕਾਰੀ ਅਫਸਰਾਂ ਨੂੰ ਵੀ ਇਹੀ ਕਹਿੰਦੇ ਆ ਕਿ ਵੀ ਸਾਰੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੀ ਫਿੰਗਰਪ੍ਰਿੰਟ ਲਈ ਜਾਵੇ, ਔਰ ਜਿਹੜੇ ਬੰਦੇ ਨਹੀਂ ਕਿ ਸ਼ੱਕ ਦੇ ਦਾਇਰੇ 'ਚ ਹੈ, ਸਾਰਿਆਂ ਨੂੰ ਚੱਕਣ, ਸਾਰਿਆਂ ਨੂੰ ਕਹਿਣ ਦਾ ਮਤਲਬ ਫਿੰਗਰਪ੍ਰਿੰਟ ਲੈਣ, ਆਪ ਦੀ ਜਿਹੋ ਜੀ ਕਾਰਵਾਈ ਕਰਨ ਬਹੁਤ ਜ਼ਰੂਰੀ, ਇਹ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ। ਬਸ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਵੀ ਸਾਨੂੰ ਸ਼ੱਕ ਹੈ, ਅਜੇ ਵੀ ਸ਼ੱਕ ਹੈ, ਇਹੋ ਜੀ ਕੋਈ ਗੱਲ ਨਹੀਂ। ਜਿਹੜੇ ਸ਼ੱਕ ਹੈ ਅਸੀਂ ਇਸੇ ਕਰਕੇ ਅਣਪਛਾਣ ਬੰਦਾ ਦਾ ਦੱਸਿਆ ਹੈ, ਕਿਉਂਕਿ ਦੇਖੋ ਜੀ ਅਸੀਂ ਕੰਮ ਵਾਲੇ ਬੰਦੇ ਹਾਂ, ਅਸੀਂ ਸਵੇਰ ਤੋਂ ਚਲੇ ਜਾਂਦੇ ਹਾਂ, ਸ਼ਾਮ ਨੂੰ ਘਰੇ ਆਉਂਦੇ ਹਾਂ, ਤੇ ਵੀ ਅਸੀਂ ਮੰਡੀ 'ਚ ਐ ਤਾਂ ਹੈ ਨਹੀਂ ਕਿ ਵੀ ਇਹਨੂੰ ਵੀ ਜਾਣਦੇ ਉਹਨੂੰ ਵੀ ਜਾਣਦੇ ਆ। ਹੁਣ ਜਿਹੜੇ ਨਸ਼ੇੜੀ ਹੈ, ਪਹਿਲਾਂ ਕਿਹੋ ਜਿਹਾ ਚਿਹਰਾ ਸੀ, ਅੱਜ ਕਿਹੋ ਜਿਹਾ ਚਿਹਰਾ ਹੈ, ਅਣਪਛਾਣ 'ਚ ਹੀ ਆ ਜਾਂਦੇ ਜੀ ਇਹ ਚਿਹਰੇ। ਤੇ ਅਸੀਂ ਅਜੇ ਵੀ ਕਹਿੰਦੇ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਹਨਾ ਅਜੇ ਵੀ ਪੁੱਛਤਾਛ ਕੀਤੀ ਜਾਵੇ, ਔਰ ਜੋ ਵੀ ਸ਼ੱਕ 'ਚ ਹੈਗੇ ਆ ਬੰਦੇ ਉਹਨਾਂ ਨੂੰ ਵੀ ਮਹਿਕਮਾ ਚੱਕੇ। ਅਸੀਂ SHO ਸਾਹਿਬ ਨਾਲ ਬੇਨਤੀ ਕਰਦੇ ਹਾਂ ਕਿ ਜੋ ਵੀ ਬੰਦਾ ਹੈਗਾ ਇਸ ਚੀਜ਼ 'ਚ, ਤੇ ਵੀ ਸਾਰਿਆਂ ਨੂੰ ਚੱਕਿਆ ਜਾਵੇ ਤੇ ਸਾਰਾ ਤੋਂ ਪੂਰੇ ਤਰੀਕੇ ਨਾਲ ਉਹਨਾਂ ਨਾਲ ਕਾਰਵਾਈ ਕਰਕੇ ਤੇ ਸਾਡਾ ਪੈਸਾ, ਸਾਡਾ ਗੋਲਡ, ਜੋ ਵੀ ਸਾਡਾ ਸਮਾਨ ਚੋਰੀ ਹੋਇਆ ਹੈ, ਮੇਰੇ ਬੱਚੇ ਦਾ ਭਵਿੱਖ ਹੈ, ਉਹ ਸਮਾਨ ਜਿਹੜਾ ਜੋ ਵੀ ਚੋਰੀ ਹੋਇਆ ਹੈ, ਉਹ ਇਹ ਨਹੀਂ ਕਹਿਣ ਦਾ ਮਤਲਬ ਸਾਨੂੰ ਮਿਲਣਾ ਚਾਹੀਦਾ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਸਰ ਇਹੀ ਕਹਿਣਾ ਹੈ ਕਿ ਜੋ ਵੀ ਸਾਡੇ ਮਤਲਬ ਹੋਇਆ ਇਹ ਹੈਨਾ ਲਾਸ ਆ, ਸਾਡੀ ਪੂਰੀ ਜ਼ਿੰਦਗੀ ਦੀ ਜਮਾ ਪੂੰਜੀ ਸੀ ਜਿਹੜੀ ਲੈ ਗਏ ਚੋਰ, ਠੀਕ ਆ। ਅਸੀਂ 29 ਤਰੀਕ ਦੀ ਕੰਪਲੇਂਟ ਕੀਤੀ ਹੋਈ ਹੈ, ਸ਼ਾਮ ਨੂੰ ਉਹਨਾਂ ਨੂੰ ਲਿਆਂਦਾ ਜਾਂਦਾ, ਮਤਲਬ ਪੇਸ਼ ਹੁੰਦੇ ਆ ਉਹ, ਉਹਨਾਂ ਨੂੰ ਕਿਉਂ ਨਹੀਂ ਰੱਖਿਆ ਗਿਆ, ਉਹਨਾਂ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਫਿਰ ਉਹ ਮੀਡੀਆ ਨੂੰ ਆ ਕੇ ਸਾਹਮਣੇ ਇਹ ਬਿਆਨ ਦਿੰਦੇ ਆ ਕਿ ਮਤਲਬ ਕਿ ਅਸੀਂ ਸਹੀ ਆ, ਜੇ ਤੁਸੀਂ ਸਹੀ ਆ ਤਾਂ ਫਿਰ 6 ਬ੍ਰਦਰ ਆ ਨਾ, 6 ਪੇਸ਼ ਕਰੋ, ਠੀਕ ਆ। ਉਸ ਤੋਂ ਬਾਅਦ ਉਹਨਾਂ ਨੂੰ ਫਿਰ ਰਿਲੀਵ ਕਿਉਂ ਕੀਤਾ ਜਾਂਦਾ? ਜਿੰਨਾ ਚੱਕ ਆਪਣਾ ਡਾਊਟ ਕਲੀਅਰ ਨਹੀਂ ਹੁੰਦਾ ਉਹਨਾਂ ਨੂੰ ਰੱਖੋ, ਲੋ ਰਿਮਾਂਡ ਉਹਨਾਂ ਦੀ, ਠੀਕ ਆ। ਜੇ ਉਹ ਕੱਲ ਆਏ ਕਹਿੰਦੇ ਆ ਕਿ ਵੀ ਅਸੀਂ ਇਹ ਕਹਿ ਰਹੇ ਆ ਕਿ ਵੀ ਮੇਰੇ ਭਰਾ ਐਵੇਂ ਆ, ਮੈਂ MC ਆ, ਮੈਂ XMC ਸੀ ਜਾਂ ਹੈਗਾ, ਜੋ ਵੀ ਆ ਉਹ ਤੁਹਾਡੀ ਪਾਵਰ ਆ, ਤੁਹਾਡੇ ਘਰੇ ਹੋਊਗੀ, ਠੀਕ ਆ। ਅਗਰ ਕੱਲ ਦੇ ਦਿਨ ਸਾਡੇ ਕਿਸੇ ਜੈਂਟਸ ਨੂੰ ਬਾਹਰ ਫਿਰਦੇ ਆ, ਮੇਰੇ ਬ੍ਰਦਰ ਵੀ ਆ ਇੱਥੇ, ਮੇਰੇ ਹੈ ਨਾ ਹਸਬੈਂਡ ਆ, ਜਾਂ ਸਾਡੇ ਹੋਰ ਕੋਈ ਵੀ ਰਿਲੇਟਿਵ ਆ, ਹਨੇਰੇ ਸਵੇਰੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਜਾਂ ਕੁਛ ਵੀ ਉਹਨਾਂ ਤੇ ਮਤਲਬ ਕੋਈ ਜਾਨੀ ਮਾਲੀ ਸਾਡਾ ਨੁਕਸਾਨ ਹੁੰਦਾ, ਤਾਂ ਫਿਰ ਅਸੀਂ ਸਭ ਤੋਂ ਪਹਿਲਾਂ, ਹੁਣ ਤਾਂ ਅਸੀਂ ਕਹਿੰਦੇ ਹਾਂ ਕਿ ਚੋਰੀ 'ਚ ਸਾਨੂੰ ਇਹਨਾਂ ਤੇ ਡਾਊਟ ਆ, ਔਰ ਫਿਰ ਜੇ ਕੱਲ ਨੂੰ ਸਾਨੂੰ ਇਹ ਵੀ ਕੋਈ ਫੈਮਿਲੀ 'ਚ ਹੋਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਅਸੀਂ ਇਹਨਾਂ ਦਾ ਹੀ ਨਾਮ ਲਵਾਂਗੇ। ਜੇ ਇੱਕ MLA ਆ ਜਾਂ ਕੁਛ ਵੀ ਆ, MLA ਸਾਹਿਬ ਮੇਰੇ ਪਰਸਨਲੀ ਮੇਰੇ ਨਾਲ ਅਟੈਚ ਆ ਸ਼ੁਰੂ ਤੋਂ ਹੀ, ਠੀਕ ਹੈ ਨਾ। ਅੱਜ ਤੋਂ 22 ਸਾਲ ਪਹਿਲਾਂ ਤੋਂ ਮੇਰੀ ਉਹਨਾਂ ਨਾਲ, ਮੈਂ ਉਹਨਾਂ ਦੇ ਘਰੇ ਵੀ ਜਾ ਕੇ, ਉਹਨਾਂ ਨੇ ਮੈਨੂੰ ਪੂਰਾ 101% ਕਿਹਾ ਹੈ ਕਿ ਵੀ ਤੁਹਾਡਾ ਜੋ ਵੀ ਨੁਕਸਾਨ ਹੋਇਆ ਚੋਰ ਨੂੰ ਫੜਾਂਗੇ, ਅਸੀਂ ਕਾਰਵਾਈ ਹੋਊਗੀ। ਮੈਨੂੰ ਉਹਨਾਂ ਤੇ ਯਕੀਨ ਵੀ ਆ, ਉਹ ਕਰਨਗੇ। SHO ਸਾਹਿਬ ਵੀ ਸਾਡਾ ਪੂਰਾ ਮਤਲਬ ਕਿ ਸਾਥ ਦੇ ਰਹੇ ਆ, ਠੀਕ ਹੈ ਨਾ। ਪਰ ਅਸੀਂ ਇਹ ਕਹਿੰਦੇ ਆ ਕਿ ਜਦੋਂ ਆਪਾਂ ਕਿਸੇ ਨੂੰ ਸ਼ੱਕ ਦੇ
ਫੜ ਲਿਆ ਆਪਾਂ ਉਹਨਾਂ ਜੀ, ਨੂੰ, ਜੀ। ਪਾਪਾ ਉਹਨਾਂ ਨੂੰ ਪੰਚਾਇਤ ਆ ਜੇ, ਮੈਂ ਕਹਿੰਨੀ ਆ ਭਲਾ ਪ੍ਰੈਜ਼ੀਡੈਂਟ ਆ ਜੇ, ਆਪਾਂ ਉਹਨੂੰ ਕਿਉਂ ਰਿਲੀਵ ਕਰੀਏ? ਜੀ। ਉਹਨਾਂ ਤੇ ਕੋਈ ਤੁਸੀਂ ਐਕਸ਼ਨ ਕਰੋ, ਉਹਨਾਂ ਨੂੰ ਰੱਖੋ ਇੱਕ ਦੋ, ਆਪੇ ਮੰਨਣਗੇ। ਜੀ। ਮਿੰਟੂ ਨੂੰ ਫੜਿਆ, ਔਰ ਮਿੰਟੂ ਸ਼ਰੇਆਮ ਚਿੱਟਾ ਵੇਚਦਾ ਹੈ ਕਿ ਵੀ ਮੇਰੀਆਂ ਲੱਤਾਂ ਖਰਾਬ ਆ, ਲੱਤਾਂ ਤੋੜ ਦੋ, ਅੰਦਰ ਬੈਠਾ ਰਹੂਗਾ। ਜੀ। ਇਹ ਇੱਕ ਜਾਣਾ, ਇਹ ਸਾਡੇ ਸਾਰੇ 10 ਨੰਬਰ ਵਾਰਡ 'ਚ ਤਾਂ ਇਹਨੇ ਗੰਦ ਪਾਇਆ ਹੋਇਆ ਮਿੰਟੂ ਨੇ। ਉਹ ਤੁਸੀਂ ਪਰਿਵਾਰ ਦੀ ਗੱਲ ਕਰੀ, ਉਹਨਾਂ ਦੇ 3 ਬ੍ਰਦਰ ਆ ਜਿਹੜੇ ਕੱਲ ਪੇਸ਼ ਕੀਤੇ, ਤੁਸੀਂ ਕੀ ਚਾਹੁੰਦੇ ਵੀ 3 ਹੋਰ ਪੇਸ਼ ਕਰਨ? ਅਸੀਂ ਕਹਿੰਦੇ ਆ ਕਿ ਅਸੀਂ ਜਿਨ੍ਹਾਂ ਦੇ ਨਾਮ ਦਿੱਤੇ ਸਾਰਿਆਂ ਨੂੰ ਚੱਕਣ। ਜੀ। ਬਿੱਲਾ ਇੱਕ ਹੈਗਾ ਕੋਈ, ਜੋ ਵੀ ਹੈ, ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਇਹੀ ਆ, ਅਸੀਂ ਹੋਰ ਵੀ ਸਾਡੇ ਜਿਹੜੇ ਜਿਨ੍ਹਾਂ ਤੇ ਸਾਨੂੰ ਡਾਊਟ ਸੀ ਅਸੀਂ ਉਹਨਾਂ ਦੇ ਨਾਮ ਦਿੱਤੇ ਹੋਏ ਆ, ਠੀਕ ਹੈ। ਇੱਕ ਕੋਈ ਬਿੱਲਾ ਹੈਗਾ ਝੁੱਗੀਆਂ ਵਾਲਾ, ਉਹਦਾ ਵੀ ਅਸੀਂ ਨਾਮ ਲਿਆ ਏ। 2-3 ਇਹਨਾਂ ਦੇ 4 ਬ੍ਰਦਰਸ ਦੇ ਨਾਮ ਲਏ ਆ, ਹੈ ਨਾ। ਤੋ ਇੱਕ ਅਸੀਂ ਮਿੰਟੂ ਦੇ ਨਾਮ ਲਿਆ, ਮਿੰਟੂ ਨੂੰ ਵੀ ਉਹਨਾਂ ਨੇ ਚੱਕਿਆ। ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਕਾਨੂੰਨੀ ਕਾਰਵਾਈ ਹੋਈ ਨਹੀਂ ਆ, ਹੋਈ ਆ ਕਾਨੂੰਨੀ ਕਾਰਵਾਈ, ਪਰ ਸਾਨੂੰ ਦੇਖੋ ਤੁਸੀਂ 28 ਨੂੰ ਸਾਡੇ ਘਰੇ ਮਤਲਬ ਹੁੰਦੀ ਹੈ ਨਾ ਵਾਰਦਾਤ, ਉਸ ਤੋਂ ਬਾਅਦ ਅੱਜ ਹੈਗੀ 1 ਅਕਤੂਬਰ ਆ ਗਈ, ਔਰ ਸਾਨੂੰ ਕੋਈ ਮੀਂਜ ਦਾ ਰਿਜ਼ਲਟ ਦਿਓ ਸਰ। ਜੇ ਉਹਨਾਂ ਨੇ ਵੇਚ ਲਿਆ, ਕੱਲ ਨੂੰ ਪੈਸੇ ਖਾ ਲਏ, ਫਿਰ ਤੁਸੀਂ ਤਾਂ ਸਾਨੂੰ ਕਹਿ ਦੋਗੇ ਉਹਨਾਂ ਕੋਲ ਕੁਛ ਨਹੀਂ ਆ, ਇਹ ਤਾਂ ਨਸ਼ੇੜੀ, ਇਹਨਾਂ ਨੂੰ ਛੱਡ ਦੋ। ਸਾਨੂੰ ਨਹੀਂ ਪਤਾ, ਫਿਰ ਉਹਨਾਂ ਨੂੰ ਵੱਢ ਕੇ ਸਾਡੇ ਪੈਸੇ ਕਰ ਦਿਓ, ਸਾਡਾ ਜੋ ਵੀ ਨੁਕਸਾਨ ਹੋਇਆ ਸਾਡਾ ਪੂਰਾ ਕਰੋ ਉਹ। ਜੀ। ਠੀਕ ਹੈ ਨਾ। ਇਸ ਤੋਂ ਬਾਅਦ ਜੇ ਸਾਨੂੰ ਹੋਰ ਉੱਪਰ ਤੱਕ ਜਾਣਾ ਪਊਗਾ, ਫਿਰ ਅਸੀਂ ਉਹ ਵੀ ਜਾਵਾਂਗੇ। ਸੁਪਰਦੀਪ ਸ਼ਰਮਾ ਜੀ ਦੀ ਬੇਟੀ ਮੁਸਕਾਨ ਸ਼ਰਮਾ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਹਮ ਤੇ ਕੀ ਕਿਹਾ ਸੀ ਉਹਨਾਂ ਨੇ? ਸਰ ਉਹਨਾਂ ਨੇ MC ਸਾਹਿਬ ਜੋ ਵੀ ਉਹਨਾਂ ਦੇ ਸੀਗੇ ਰਿਲੇਟਿਵਸ, ਉਹਨਾਂ ਨੂੰ ਫੜਿਆ ਗਿਆ ਸੀ ਉਸ ਟਾਈਮ ਪੁਲਿਸ ਸਟੇਸ਼ਨ ਸੀਗੇ ਅਸੀਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਸਾਡੇ ਨਾਲ ਪੰਗਾ ਲੈਣਗੇ ਤਾਂ ਅਸੀਂ ਕਿਹੜਾ ਚੁੱਪ ਬੈਠ ਜਾਾਂਗੇ, ਵੀ ਸਾਡੇ ਨਾਲ ਵੀ ਅਸੀਂ ਵੀ ਕਰਾਂਗੇ ਕੋਈ ਨਾ ਕੋਈ ਕਾਰਵਾਈ। ਜੇਕਰ ਸਾਡੇ ਨਾਲ ਕੋਈ ਕੱਲ੍ਹ ਦੇ ਦਿਨ ਕੋਈ ਗੱਲਬਾਤ ਹੁੰਦੀ ਆ, ਮੇਰੇ ਪਾਪਾ ਏ, ਮੇਰੇ ਮਾਮਾ, ਜੋ ਵੀ ਇੱਥੇ ਅਸੀਂ ਰਹਿੰਦੇ ਹਾਂ, ਅਸੀਂ ਖੁਦ ਵੀ ਆਉਂਦੇ ਜਾਂਦੇ ਹਾਂ, ਜੇਕਰ ਸਾਨੂੰ ਕੱਲ੍ਹ ਦੇ ਦਿਨ ਕੋਈ ਨੁਕਸਾਨ ਹੁੰਦਾ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਨਾਮ ਹੀ ਲਵਾਂਗੇ, ਕਿਉਂਕਿ ਉਹਨਾਂ ਨੇ ਸਾਨੂੰ ਸ਼ਰੇਆਮ ਹੀ ਜਦੋਂ ਇਹ ਗੱਲ ਕਹਿ ਦਿੱਤੀ ਤਾਂ ਅਸੀਂ ਉਹਨਾਂ ਸੀ ਇਹ ਗੱਲ ਪੁਲਿਸ ਸਟੇਸ਼ਨ ਦੇ ਵਿੱਚ ਸੀਗੇ ਅਸੀਂ, ਪਰ ਉਹ ਬਾਹਰ ਸੀਗੇ। 29 ਤਰੀਕ ਦੀ ਰਾਤ ਨੂੰ ਜਦੋਂ ਅਸੀਂ ਪੁਲਿਸ ਸਟੇਸ਼ਨ ਗਏ ਆ, ਉਸ ਟਾਈਮ ਉਹਨਾਂ ਨੇ ਇਹ ਗੱਲ ਕਹੀ ਆ। ਉਹਨਾਂ ਦੀਆਂ ਲੇਡੀਜ਼ ਵੀ ਨਾਲ ਸੀ, ਉਹ ਵੀ ਬਹੁਤ ਬੋਲ ਰਹੀਆਂ ਸੀਗੀਆਂ। ਪੁਲਿਸ ਪ੍ਰਸ਼ਾਸਨ ਕੋਲੇ ਸੀ ਉਸ ਟਾਈਮ ਉਹ ਅੰਦਰ ਸੀਗੇ, ਠੀਕ ਹੈ, ਗੱਲ ਕਰ ਰਹੇ ਸੀ, ਪਰ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੂੰ ਬਾਹਰ ਭੇਜ ਦਿੱਤਾ ਸੀਗਾ ਜਦੋਂ ਜ਼ਿਆਦਾ ਬੋਲ ਰਹੇ ਸੀਗੇ। ਸੋ ਦਰਸ਼ਕੋ, ਇਹ ਵੀ ਬਹੁਤ ਵੱਡੀ ਗੱਲ ਆ। ਫਿਲਹਾਲ ਅਸੀਂ ਇਹ ਚੀਜ਼ ਦੀ ਪੁਸ਼ਟੀ ਨਹੀਂ ਕਰਦੀ, ਕਿਉਂਕਿ ਥਾਣੇ ਦੇ ਵਿੱਚ ਆ ਜਿਹੜੀ ਇਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਦੂਜੀ ਧਿਰ ਵੱਲੋਂ ਧਮਕੀ ਵੀ ਦਿੱਤੀ ਗਈ ਆ, ਤੇ ਇਹਨਾਂ ਨੇ ਕਿ ਜੇਕਰ ਸਾਡਾ ਨੁਕਸਾਨ ਹੁੰਦਾ ਤਾਂ ਦੂਜੀ ਫੈਮਿਲੀ ਵੀ ਬਰਾਬਰ ਦੀ ਕਸੂਰਵਾਰ ਹੋਵੇਗੀ। ਦਰਸ਼ਕੋ, ਇਹ ਸ਼ਰਮਾ ਫੈਮਿਲੀ ਹੈ ਜੀ, ਇਹਨਾਂ ਨੇ ਜਿਹੜਾ ਆਪਦਾ ਦੁੱਖ ਜਿਹੜਾ ਮੀਡੀਆ ਦੇ ਸਾਹਮਣੇ ਰੋਇਆ, ਔਰ ਤੁਸੀਂ ਦੇਖ ਸਕਦੇ ਹੋ ਕਿ ਨਾਲ ਉਹਨਾਂ ਦੀ ਨੌਜਵਾਨ ਬੇਟੀ ਬੈਠੀ ਆ। ਉਹਨਾਂ ਦਾ ਕਹਿਣਾ ਕਿ 20-25 ਸਾਲ ਦੀ ਮਿਹਨਤ ਆ, ਉਹਨਾਂ ਨੇ ਮੈਰਿਜ ਵੀ ਕਰਨੀ ਆ, ਪੂਰੇ ਮਿਹਨਤੀ ਪਰਿਵਾਰ ਆ ਜੀ। ਤੇ ਵੱਡੀ ਗੱਲ ਇਹ ਹੈ ਦਰਸ਼ਕੋ ਕਿ ਇਹਨਾਂ ਦੀ ਫੈਮਿਲੀ ਜਿਹੜੀ MLA ਸਾਹਿਬ ਦੇ ਨਾਲ ਵੀ ਜੁੜੀ, ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ, ਔਰ SHO ਕਸ਼ਮੀਰ ਸਿੰਘ ਵੀ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ, ਇਹਨਾਂ ਦਾ ਕਹਿਣਾ। ਤੇ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਇਨਵੈਸਟੀਗੇਟ ਕਰਦਾ, ਕਿਉਂਕਿ ਪਿਛਲੇ 28 ਤਰੀਕ ਤੋਂ ਅੱਜ ਚੌਥਾ ਦਿਨ ਆ, 4 ਦਿਨ ਤੋਂ ਪੁਲਿਸ ਆ ਜਿਹੜੀ ਕਾਰਵਾਈ ਤੇ ਲੱਗੀ ਹੋਈ ਆ। ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਿਜ਼ਲਟ ਸਾਹਮਣੇ ਨਿਕਲ ਕੇ ਆਉਂਦੇ ਆ। ਸੋ ਬਣੇ ਰਹੋ JVS ਟਾਈਮ ਦੇ ਨਾਲ। ਇਲਾਮ ਸਿੰਘ ਜੀ, ਪ੍ਰਦੀਪ ਸ਼ਰਮਾ ਦੀ ਫੈਮਿਲੀ ਜਿਨ੍ਹਾਂ ਦੇ ਚੋਰੀ ਸੀ, ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ ਕਿ ਤੁਸੀਂ ਉਹਨਾਂ ਨੂੰ ਜਿਹੜੀ ਹੈਗੀ ਧਮਕੀ ਦਿੱਤੀ ਹੈ। ਕਾਹਦੀ ਧਮਕੀ ਦਿੱਤੀ ਸਰ? ਸਾਨੂੰ ਤਾਂ ਪਤਾ ਨਹੀਂ ਕਾਹਦੀ ਧਮਕੀ ਦਿੱਤੀ ਉਹਨਾਂ ਨੂੰ। ਧਮਕੀ ਅਸੀਂ ਦੇਵਾਂਗੇ ਕਾਹਤੋਂ? ਗਰੀਬ ਬੰਦੇ, ਸਾਨੂੰ ਕੀ ਲੋੜ ਹੈ ਵਿਚਾਰਿਆਂ ਨੂੰ ਉਹਨਾਂ ਨੂੰ ਧਮਕੀ ਦੇਣ ਦੀ? ਮੇਰੇ ਤਾਂ ਆਵਾ 3 ਬੇਟੀਆਂ ਵਿਆਹੁਣ ਦੇ ਕਾਬਲ ਨੇ, ਮੈਂ ਉਹਨਾਂ ਨੂੰ ਧਮਕੀ ਕਾਹਤੋਂ ਦੇਵਾਂਗਾ? ਹਾਂ, ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਉਹ ਬਹੁਤ ਮਾੜੀ ਗੱਲ ਹੋਈ ਹੈ, ਠੀਕ ਆ। ਅਸੀਂ ਤਾਂ ਫੇਰ ਜਾਣ ਨੂੰ ਤਿਆਰ ਹਾਂ, ਪੁਲਿਸ ਬੁਲਾਵੇ, ਜਦੋਂ ਮਰਜ਼ੀ ਬੁਲਾਵੇ, ਅਸੀਂ ਜਾ ਕੇ ਜੋ ਵੀ ਉਹਨਾਂ ਦਾ ਸ਼ੱਕ ਦੂਰ ਕਰਾਂਗੇ। ਬਾਕੀ ਰਹਿੰਦੀ ਗੱਲ, ਮੇਰਾ ਜੋ ਵੀ ਗੱਲਬਾਤ ਨਹੀਂ ਧਮਕੀ ਦਿੱਤੀ, ਸਾਨੂੰ ਧਮਕੀ ਦੇਣ ਦੀ ਕੀ ਲੋੜ? ਅਸੀਂ ਕਾਹਤੋਂ ਦੇਵਾਂਗੇ ਧਮਕੀ? ਆ ਸਾਡਾ ਆਪਦਾ ਪਰਿਵਾਰ ਆ ਉਹ। ਇਹੋ ਜਿਹਾ ਕੋਈ ਜੇ ਕੋਈ ਧਮਕੀ ਦੀ ਗੱਲ ਹੈਗੀ ਤਾਂ ਉਹਨਾਂ ਨੂੰ ਕਹੇ ਭਾਈ ਦੱਸਣ, ਮੇਰੇ ਕਿੰਨੇ ਬੰਦੇ ਨਾਲ ਗਏ ਸੀ, ਦੱਸਣ ਕਿਹਨੇ ਧਮਕੀ ਦਿੱਤੀ ਉਹਨਾਂ ਨੂੰ। ਹਾਂ, ਜੇ ਕੋਈ ਹੋਰ ਵਿੱਚ ਦੀ ਕਹਿ ਕੋ ਆਪਾਂ ਕਹਿ ਨਹੀਂ ਸਕਦੇ, ਬਟ ਅਸੀਂ ਸਾਡੀ ਫੈਮਿਲੀ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਦੂਜੀ ਗੱਲ ਇਹ ਹੈ ਜੀ, ਉਹਨਾਂ ਨੇ ਕਿਹਾ ਕਿ ਉਹਨਾਂ ਦੇ 3 ਬ੍ਰਦਰ ਆ ਜੀ, ਉਹਨਾਂ ਨੂੰ ਪੇਸ਼ ਕੀਤਾ ਜਾਵੇ। ਨਹੀਂ, ਮੇਰੇ ਬ੍ਰਦਰ ਜਿਨ੍ਹਾਂ ਤੇ ਆ ਇਲਜ਼ਾਮ ਲਾਇਆ ਸੀ ਉਹ ਤਾਂ ਪੇਸ਼ ਕਰਾਤੇ। ਜਿਹੜੇ 3 ਦੀ ਦੂਜਿਆਂ ਦੀ ਗੱਲ ਕਰਦੇ, ਇੱਕ ਤਾਂ ਮੈਂ ਹੀ ਆ ਖੁਦ, ਇੱਕ ਮੇਰਾ ਭਰਾ, ਉਹਨੂੰ ਮਹੀਨਾ ਹੋ ਗਿਆ ਆਂਧਰਾ ਗਿਆ ਵਾ ਕੰਬਾਈਨ ਤੇ, ਇੱਕ ਮੇਰਾ ਛੋਟਾ ਭਰਾ ਜਿਹੜਾ ਉਹਨੂੰ ਮੰਨ ਲਾ 2 ਮਹੀਨੇ ਉਹਨੂੰ ਹੋ ਗਏ ਖੁਸਰਿਆਂ ਨਹੀਂ ਰਹਿੰਦਾ ਉਹ ਤਾਂ। ਹਾਂ, ਜੇ ਕੋਈ ਉਹਨਾਂ ਤੇ ਸ਼ੱਕ ਆ ਉਹਨਾਂ ਨੂੰ ਵੀ ਬੁਲਾ ਲਾਂਗੇ, ਕੋਈ ਚੱਕਰ ਨਹੀਂ। ਪਰ ਜਿਹੜਾ ਹੁਣ ਆਂਧਰਾ ਤੋਂ ਉਹਨੂੰ ਮਹੀਨਾ 2 ਮਹੀਨੇ ਹੋ ਗਏ ਨੂੰ, ਉਹਨੂੰ ਫਿਰ ਬਾਈ ਬੁਲਾ ਲਾਂਗੇ, ਕੋਈ ਚੱਕਰ ਨਹੀਂ। ਇਹਨਾਂ ਦਾ ਆਪਾਂ ਕਰ ਦਾਂਗੇ ਦੂਰ, ਹੋ ਜਾਓ ਵਹਿਮ ਇਹਨਾਂ ਨੂੰ, ਉਹ ਵੀ ਆਪਾਂ ਦੂਰ ਕਰ ਦਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਪੁਲਿਸ ਦੇ ਨਾਲ ਆਪਾਂ ਫੈਮਿਲੀ ਵੱਲੋਂ ਜਿਹੜੇ ਲਾਏ ਗਏ ਦੋਸ਼ ਅਤੇ ਬੇਬੁਨਿਆਦ ਮੰਨਦੇ? ਬੇਬੁਨਿਆਦ ਹੀ ਹੈ ਜੀ। ਜੇ ਕੋਈ ਹੈਗਾ ਤਾਂ ਸਾਨੂੰ ਪ੍ਰੂਫ ਦਿਖਾ ਦੇਣ, ਕਿਉਂ ਦਿਖਾ ਦੇਣ, ਅਸੀਂ ਕਹਿ ਦਾਂਗੇ ਭਾਈ ਮੰਨ ਲੈਂਦੇ। ਬਟ ਅਸੀਂ ਇਹੋ ਜਿਹਾ ਕੁਝ ਕੀਤਾ ਨਹੀਂ, ਸਾਨੂੰ ਕੀ ਲੋੜ ਆ ਧਮਕੀ ਦੇਣ ਦੀ? ਮਹਾਰਾਜ, ਅਸੀਂ ਕਿਸੇ ਨੂੰ ਕਿਉਂ ਧਮਕੀ ਦੇਵਾਂਗੇ? ਸਾਡੇ ਤਾਂ ਆਪਦੇ ਨਿੱਕੇ ਨਿੱਕੇ ਬੱਚੇ ਨੇ। ਆ ਮੇਰੀਆਂ ਬੇਟੀਆਂ 3 ਤੁਹਾਨੂੰ ਅੱਗੇ 10 ਘੰਟੇ ਵਿਆਹੁਣ ਵਾਲੇ ਬੱਚੇ ਆ।